ਧੰਨ ਵਾਹਿਗੁਰੂ ਜੀਓ। दूध कटोरै गढ़वै पानी, कपल गाय नामै दोहानी। दूध पियो गोबिंदे राय, दूध पियो मेरो मन पति आय। नाही तां घर को बाप रसाय रहाओ। सोइन कटोरी अमृत भरी, लै नामै हर आगै धरी। एक भगत मेरे हिरदे बसै, नामे देख नारायण हसै। दूध पियाय भगत घर गया, नामे हर का दर्शन भया। वाहिगुरु जी का खालसा, वाहिगुरु जी की फतेह। परम सत्कारयोग गरीब नवाज सतगुरु ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਕੇ ਆਪ ਜੀ ਸਤਿਗੁਰਾਂ ਦੀਆਂ ਆਤਮਕ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਸੀ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1163 ਅਤੇ 64 ਉੱਤੇ ਪਾਵਨ ਸ਼ਬਦ ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਰਾਗ ਭੈਰਵ ਦੇ ਵਿੱਚ ਦਰਜ ਹੈ। ਸੂਫੀ ਫਕੀਰਾਂ ਦੀਆਂ ਲਿਖਤਾਂ ਨੂੰ ਪੜ੍ਹੀਏ, ਜੋ ਉਹਨਾਂ ਨੇ ਵਰਡਿੰਗ ਆਪਣੇ ਅੰਦਰ ਦੀ ਫੀਲਿੰਗ ਨੂੰ, ਆਪਣੇ ਅੰਦਰ ਦੇ ਅਹਿਸਾਸ ਨੂੰ ਐਕਸਪਲੇਨ ਕਰਨ ਵਾਸਤੇ ਵਰਤੀ ਹੈ, ਯੂਜ਼ ਕੀਤੀ ਹੈ, ਉੱਥੋਂ ਸਾਨੂੰ ਬੜੀ ਸੌਖਿਆਂ ਸਮਝ ਪੈਂਦੀ ਹੈ। ਭਾਵੇਂ ਉਹਨਾਂ ਦੀ ਸ਼ਬਦਾਵਲੀ ਬੜੀ ਆਮ ਜਿਹੀ ਹੁੰਦੀ ਹੈ, ਪਰ ਉਹਨਾਂ ਦਾ ਭਾਵ ਜਿਹੜਾ ਹੈ, ਉਸ ਦਾ ਮੀਨਿੰਗ ਜਿਹੜਾ ਹੈ, ਜੋ ਸਾਨੂੰ ਰੀਅਲਾਈਜ਼ ਕਰਾਉਣਾ ਚਾਹੁੰਦੇ ਹੁੰਦੇ ਨੇ ਆਪਣੇ ਸ਼ਬਦਾਂ ਦੇ ਰਾਹੀਂ, ਉਹ ਬੜਾ ਡੂੰਘਾ ਔਰ ਜੀਵਨ ਨੂੰ ਸੇਧ ਪ੍ਰਦਾਨ ਕਰਨ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਹੀ ਭਗਤ ਸਾਹਿਬਾਨ ਦੀ ਬਾਣੀ, ਗੁਰੂ ਸਾਹਿਬਾਨ ਦੀ ਬਾਣੀ ਨੂੰ, ਭੱਟ ਸਾਹਿਬਾਨ ਦੀ ਬਾਣੀ ਨੂੰ ਜੇ ਅਸੀਂ ਪੜ੍ਹੀਏ ਤਾਂ ਪਹਿਲੀ ਚੀਜ਼ ਹੈ ਕਿ ਉਹਨਾਂ ਨੇ ਆਪਣਾ ਉਪਦੇਸ਼ ਸਾਡੇ ਨਾਲ ਸਾਂਝਾ ਕਰਨ ਵਾਸਤੇ ਜਿਹੜੀ ਵਰਡਿੰਗ, ਜਿਹੜੀ ਸ਼ਬਦਾਵਲੀ ਯੂਜ਼ ਕੀਤੀ ਹੈ, ਵਰਤੀ ਹੈ, ਪਹਿਲਾਂ ਤਾਂ ਉਸ ਵੱਲ ਧਿਆਨ ਦੇਣਾ ਬਣਦਾ ਹੈ। ਦੂਜਾ ਹੈ ਕਿ ਉਹਨਾਂ ਸ਼ਬਦਾਂ ਦਾ ਭਾਵ ਕੀ ਹੈ। ਜਿਵੇਂ ਇੱਕ ਉਦਾਹਰਣ ਹੈ, ਇੱਕ ਸਰੋਵਰ ਜਿਸ ਵਿੱਚ ਪਾਣੀ ਹੈ, ਜਿਸ ਵਿੱਚ ਕੌਲ ਫੁੱਲ ਖਿੜੇ ਹੋਏ ਨੇ, ਅਚਾਨਕ ਜਦੋਂ ਪਾਣੀ ਸੁੱਕ ਜਾਂਦਾ ਹੈ, ਕੌਲ ਫੁੱਲ ਵੀ ਖਤਮ ਹੋ ਜਾਂਦੇ ਹਨ, ਅਤੇ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜੇ ਕੱਚੇ ਸਰੋਵਰ ਹੁੰਦੇ ਨੇ ਜਾਂ ਕੱਚੇ ਛੱਪੜ ਹੁੰਦੇ ਨੇ, ਉਹਨਾਂ ਦਾ ਜ਼ਮੀਨੀ ਤਲ ਜਿਹੜਾ ਹੈ, ਮਿੱਟੀ ਬੜੀ ਕਾਲੀ ਜਿਹੀ ਹੋ ਜਾਂਦੀ ਹੈ ਲੰਮਾ ਸਮਾਂ ਪਾਣੀ ਖੜਾ ਰਹਿਣ ਕਰਕੇ।
ਹੁਣ ਗੁਰੂ ਸਾਹਿਬ ਜੀ ਦਾ ਜੋ ਸਾਨੂੰ ਅਹਿਸਾਸ ਕਰਾਉਣਾ ਚਾਹੁੰਦੇ ਸਨ, ਉਹਨਾਂ ਫੋਰ ਐਗਜ਼ਾਮਪਲ ਇੱਕ ਸਰੋਵਰ ਦੀ ਉਦਾਹਰਣ ਦਿੱਤੀ, ਇੱਕ ਛੱਪੜ ਦੀ ਉਦਾਹਰਣ ਦਿੱਤੀ। ਉਹ ਲਿਖਦੇ ਹਨ, ਪੱਬਰ ਤੂੰ ਹਰੀਆਵਲਾ, ਕੰਵਲਾ ਕੰਚਨ ਵਨ, ਕਹਿ ਦੋਖੜੈ ਸੜਿਓ, ਕਾਲੀ ਹੋਈਆ ਦੇਹੁਰੀ। ਕਹਿੰਦੇ ਨੇ, ਹੇ ਸਰੋਵਰ, ਕੁਝ ਦਿਨ ਪਹਿਲਾਂ, ਕੁਝ ਸਮਾਂ ਪਹਿਲਾਂ ਤੋਂ ਬੜਾ ਹਰਿਆ ਭਰਿਆ ਸੀ, ਜਿਵੇਂ ਕਿਸੇ ਨੇ ਸੋਨਾ ਵਿਛਾ ਦਿੱਤਾ ਹੋਵੇ। ਕੰਵਲਾ ਕੰਚਨ ਵਨ, ਸੋਹਣੇ ਕੌਲ ਫੁੱਲ ਖਿੜੇ ਹੋਏ ਸਨ, ਹਰਿਆਲੀ ਹੀ ਹਰਿਆਲੀ। ਤੇਰੀ ਦਿੱਖ, ਤੇਰੀ ਸੁੰਦਰਤਾ, ਤੇਰੀ ਖੂਬਸੂਰਤੀ ਹੀ ਵੱਖਰੀ ਸੀ। ਫਿਰ ਪ੍ਰਸ਼ਨ ਕਰਦੇ ਨੇ, ਕਹਿ ਦੋਖੜੈ ਸੜਿਓ, ਤੇਰੇ ਨਾਲ ਇਹੋ ਜਿਹਾ ਕੀ ਘਟਨਾਕ੍ਰਮ ਵਾਪਰ ਗਿਆ, ਕੀ ਤੇਰੇ ਚ ਐਬ ਆਇਆ, ਕੀ ਇਹੋ ਜਿਹੀ ਖਰਾਬੀ ਪੈਦਾ ਹੋਈ ਵੀ ਨਾ ਹੁਣ ਕੌਲ ਫੁੱਲ ਨੇ, ਨਾ ਤੇਰੇ ਚ ਪਾਣੀ ਹੈ, ਤੇ ਜ਼ਮੀਨ ਦੀ ਜਿਹੜੀ ਮਿੱਟੀ ਉਹ ਕਾਲੀ ਜਿਹੀ, ਕਿੰਨੀ ਅਜੀਬ ਕਿਸਮ ਦੀ ਲੱਗਦੀ ਹੈ। ਫਿਰ ਇਸ ਦਾ ਉੱਤਰ ਵੀ ਆਪ ਦਰਜ ਕੀਤਾ, ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰਫੜੈ, ਚੜ੍ਹੈ ਚਵਗਣ ਵੱਲ। ਫਿਰ ਇਹਦਾ ਉਹ ਉੱਤਰ ਲਿਖਦੇ ਨੇ, ਮਾਨੋ ਜਿਵੇਂ ਸਰੋਵਰ ਨੂੰ ਪ੍ਰਸ਼ਨ ਕੀਤਾ ਹੈ ਤੇ ਸਰੋਵਰ ਨੇ ਅੱਗੋਂ ਜਵਾਬ ਦਿੱਤਾ ਹੈ। ਉਹ ਕਹਿੰਦੇ, ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ। ਜਿਹੜੀ ਚੀਜ਼ ਕਰਕੇ ਮੈਂ ਭਰਿਆ ਹਰਿਆ ਔਰ ਕੌਲ ਫੁੱਲ ਮੇਰੇ 'ਚ ਖਿੜੇ ਸਨ, ਭਵਰੇ ਆ ਕੇ ਗੁੰਜਾਰ ਪਾਉਂਦੇ ਸਨ, ਪੰਛੀ ਇੱਥੇ ਚਹਿਕਦੇ ਸਨ, ਇੰਨੀ ਹਰਿਆਲੀ, ਖੂਬਸੂਰਤੀ ਤੇ ਰੌਣਕ ਸੀ, ਉਹ ਪਾਣੀ ਜਦੋਂ ਆਉਣਾ ਬੰਦ ਹੋ ਗਿਆ, ਜਦੋਂ ਉਸ ਪਾਣੀ ਨਾਲੋਂ ਮੇਰਾ ਸੰਪਰਕ, ਮੇਰਾ ਰਿਲੇਸ਼ਨ ਟੁੱਟ ਗਿਆ, ਤਾਂ ਮੇਰੀ ਇਹ ਹਾਲਤ ਹੋਈ। ਹੁਣ ਅਸੀਂ ਇਸ ਉਦਾਹਰਣ ਨੂੰ ਵਿਚਾਰਾਂਗੇ ਤੇ ਫੇਰ, ਪਰ ਇਸ ਉਦਾਹਰਣ ਦੇ ਵਿੱਚੋਂ, ਇਸ ਐਗਜ਼ਾਮਪਲ ਦੇ ਵਿੱਚੋਂ ਜਿਹੜੀ ਗੱਲ ਸਮਝਣ ਵਾਲੀ ਹੈ, ਕਿ ਕੋਈ ਛੱਪੜ ਜਾਂ ਸਰੋਵਰ ਗੱਲ ਕਰਦਾ ਕਿ ਉਹ ਸਾਡੀ ਮਨੁੱਖਾਂ ਵਰਗੀ, ਇਨਸਾਨਾਂ ਵਰਗੀ ਕੋਈ ਬੋਲੀ, ਕੋਈ ਲੈਂਗੁਏਜ ਵਰਤ ਸਕਦਾ, ਕਿ ਉਹਦੇ ਨਾਲ ਕੋਈ ਡਿਬੇਟ ਹੋ ਸਕਦੀ ਹੈ, ਕੋਈ ਸਵਾਲ ਤੇ ਜਵਾਬ ਉਹਦੇ ਨਾਲ ਕੀਤਾ ਜਾ ਸਕਦਾ। ਜਾਂ ਬਾਣੀ ਦੇ ਵਿੱਚ ਹਜ਼ੂਰ ਕਹਿੰਦੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਉੱਤਰ ਰੂਪ ਵਿੱਚ ਲਿਖਿਆ, ਆਪਣੇ ਪ੍ਰੀਤਮ ਕਹਿ ਹੋਂ ਬਿਰਹ ਜਾਲੀ। ਕਿ ਕੋਇਲ ਨਾਲ ਕੋਈ ਮਨੁੱਖੀ ਭਾਸ਼ਾ 'ਚ ਗੱਲਬਾਤ ਇਵੇਂ ਕੀਤੀ ਜਾ ਸਕਦੀ ਕਿ ਉਸ ਦਾ ਰੰਗ ਆਪਣੇ ਪਿਆਰੇ ਤੋਂ ਵਿਛੜਨ ਕਰਕੇ ਕਾਲਾ ਹੈ, ਕਿ ਜਾਂ ਕੁਦਰਤੀ ਨੈਚੁਰਲੀ ਉਸ ਦਾ ਕਲਰ ਹੀ ਇਹੋ ਜਿਹਾ। ਇਹ ਮੈਂ ਪ੍ਰਸ਼ਨ ਨਹੀਂ ਉਠਾ ਰਿਹਾ, ਇਹ ਮੈਂ ਇਸ ਕਰਕੇ ਦੋ ਐਗਜ਼ਾਮਪਲ, ਦੋ ਉਦਾਹਰਨਾਂ ਗੁਰਬਾਣੀ ਦੇ ਵਿੱਚੋਂ ਆਪ ਜੀ ਦੇ ਸਨਮੁਖ ਰੱਖੀਆਂ ਨੇ, ਵੀ ਇੱਕ ਤਰੀਕਾ ਹੈ, ਇਹਨੂੰ ਤਕਨੀਕ ਕਿਹਾ ਜਾਂਦਾ ਹੈ, ਇੱਕ ਢੰਗ ਹੈ ਆਪਣੀ ਗੱਲ, ਆਪਣਾ ਉਪਦੇਸ਼ ਐਕਸਪਲੇਨ ਕਰਨ ਵਾਸਤੇ। ਦੋ ਧਿਰਾਂ ਦੀ ਡਿਬੇਟ, ਐਗਜ਼ਾਮਪਲ ਨੂੰ ਡਿਬੇਟ ਵਿੱਚ ਕਨਵਰਟ ਕੀਤਾ ਜਾਂਦਾ ਹੈ, ਉਦਾਹਰਣ ਨੂੰ ਸੰਵਾਦ ਵਿੱਚ ਤਬਦੀਲ ਕਰਕੇ ਉਹਦੇ ਵਿੱਚੋਂ ਮੈਸੇਜ ਕਨਵੇ ਕੀਤਾ ਜਾਂਦਾ। ਕਿੰਨਾ ਨਿਰਾਲਾ ਤੇ ਅਨੂਪਮ ਢੰਗ ਹੈ, ਇਹਦੇ ਲਈ ਕਿੰਨਾ ਸੋਝ ਚਾਹੀਦਾ ਹੈ, ਕਿੰਨੀ ਕਲਾ ਚਾਹੀਦੀ ਹੈ, ਕਿੰਨੇ ਡੂੰਘੇ ਅਹਿਸਾਸ ਚਾਹੀਦੇ ਨੇ, ਤੇ ਫਿਰ ਜਿਨ੍ਹਾਂ ਨੂੰ ਸਮਝਾਉਣਾ ਕਿੰਨੇ ਸੌਖੇ ਢੰਗ ਨਾਲ ਉਹਨਾਂ ਨੂੰ ਸਾਖੀ ਰੂਪ ਵਿੱਚ ਸਤਿਗੁਰੂ ਮਹਾਰਾਜ ਨੇ ਐਡਾ ਵੱਡਾ ਸੁਨੇਹਾ ਦੇ ਦਿੱਤਾ ਵੀ ਸਾਡੇ ਜ਼ਿੰਦਗੀ ਦੇ ਵਿੱਚ ਵੀ ਉਦੋਂ ਕਾਲਖ ਹੀ ਰਹਿ ਜਾਂਦੀ ਹੈ ਜਦੋਂ ਅਸੀਂ ਸੱਚ ਨਾਲੋਂ ਟੁੱਟ ਜਾਂਦੇ ਹਾਂ। ਸਾਡੇ ਜੀਵਨ ਦੇ ਵਿੱਚੋਂ ਵੀ ਹਰਿਆਲੀ ਤੇ ਖੇੜਾ ਉਸ ਵੇਲੇ ਗਾਇਬ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਅੰਦਰ ਦਾ ਚਾਅ, ਆਪਣੇ ਅੰਦਰ ਦਾ ਖੇੜਾ, ਬਖਸ਼ਣ ਵਾਲੀ ਅਸਲ ਜਿਹੜੀ ਚੀਜ਼ ਹੈ, ਸਿਰਜਣਹਾਰ ਦੀ ਯਾਦ, ਉਹਦਾ ਭੈ, ਤੇ ਜੋ ਕੁਝ ਵੀ ਸਾਡੇ ਕੋਲ ਮਯਸਰ ਪ੍ਰਾਪਤ ਹੈ ਉਹਨੂੰ ਵਾਹਿਗੁਰੂ ਦੀ ਜੇ ਦਾਤ ਨਾ ਸਮਝੀਏ, ਜੇ ਉਸ ਨੂੰ ਉਹਦੀ ਬਖਸ਼ਿਸ਼, ਉਹਦੀ ਕਿਰਪਾ ਸਮਝ ਕੇ ਇੰਜੋਏ ਨਾ ਕਰੀਏ, ਤੇ ਸਾਰਾ ਖੇੜਾ, ਹਰਿਆਲੀ ਜਿਹੜੀ ਹੈ, ਸਭ ਕੁਝ ਹੁੰਦਿਆਂ ਸੁਣਦਿਆਂ ਵੀ ਸਾਡੇ ਅੰਦਰ ਢਹਿੰਦੀ ਕਲਾ, ਸਾਡੇ ਅੰਦਰ ਹੀਣ ਭਾਵਨਾ, ਸਾਡੇ ਅੰਦਰ ਡਿਪਰੈਸ਼ਨ ਵਰਗੇ ਰੋਗ ਜਿਹੜੇ ਨੇ ਉਹ ਘਰ ਪਾ ਲੈਂਦੇ, ਟਿਕਾਣਾ ਬਣਾ ਲੈਂਦੇ। ਸਤਿਗੁਰੂ ਮਹਾਰਾਜ ਨੇ ਇਹ ਅਨੂਪਮ ਉੱਚਾ ਉਪਦੇਸ਼ ਬਖਸ਼ਣਾ ਸੀ, ਇਸ ਲਈ ਉਦਾਹਰਣ ਵੇਖੋ, ਉਦਾਹਰਣ ਨੂੰ ਸੰਵਾਦ ਦਾ ਰੂਪ ਦਿੱਤਾ। ਕਿੰਨੀ ਖੂਬਸੂਰਤੀ ਨਾਲ ਸਤਿਗੁਰੂ ਮਹਾਰਾਜ ਨੇ ਉਪਦੇਸ਼ ਸਾਡੇ ਨਾਲ ਸਾਂਝਾ ਕੀਤਾ। ਤੋ ਜਿਹੜਾ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਸ਼ਬਦ ਨੂੰ ਜੇ ਓਪਰੇ ਰੂਪ ਵਿੱਚ ਕੇਵਲ ਸ਼ਬਦ ਦੀ ਬੋਲੀ ਉੱਤੇ ਹੀ ਕੇਂਦਰਿਤ ਰਹਿ ਕੇ ਬਿਨਾਂ ਉਸ ਦਾ ਭਾਵ ਵਿਚਾਰੇ
ਜੇ ਕੇਵਲ ਤੇ ਕੇਵਲ ਸ਼ਬਦ ਦੀ ਬੋਲੀ ਉੱਤੇ ਹੀ ਕੇਂਦਰਿਤ ਰਹਿ ਕੇ ਸਾਰੀ ਗੱਲ ਕਰੀਏ ਤੇ ਇਵੇਂ ਪ੍ਰਤੀਤ ਹੁੰਦਾ ਹੈ ਭਗਤ ਨਾਮਦੇਵ ਸਾਹਿਬ ਜੀ ਨੇ ਕਪਿਲ ਦੱਖਣੀ ਭਾਰਤ ਵਿੱਚ ਗਾਂ ਦੀ ਇੱਕ ਬਰੀਡ ਹੈ, ਇੱਕ ਨਸਲ ਹੈ, ਉਹਨੂੰ ਕਪਿਲਾ ਗਊ ਕਹਿੰਦੇ ਨੇ। ਉਸ ਦੀ ਬੜੀ ਸ਼ੋਭਾ, ਬੜੀ ਵਡਿਆਈ ਪੁਰਾਣਾਂ ਵਿੱਚ ਧਾਰਮਿਕ ਪੁਜਾਰੀਆਂ ਨੇ ਕਥਾਵਾਂ ਦੇ ਰੂਪ ਵਿੱਚ ਕੀਤੀ। ਵੱਡੇ ਵੱਡੇ ਦੇਵਤਿਆਂ ਤੇ ਆਲਾ ਰਿਸ਼ੀਆਂ ਦੇ ਮੂੰਹ ਤੋਂ ਉਹਦੀ ਵਡਿਆਈ ਕਰਵਾਈ ਹੈ। ਇਸ ਕਰਕੇ ਉਹ ਸਭ ਤੋਂ ਉੱਤਮ, ਸਭ ਤੋਂ ਪਵਿੱਤਰ, ਸਭ ਤੋਂ ਚੰਗੀ ਗਊ ਮੰਨੀ ਜਾਂਦੀ ਹੈ, ਕਪਿਲਾ ਗਊ। ਹੁਣ ਜ਼ਰਾ ਧਿਆਨ ਦੇਣਾ, ਭਗਤ ਜੀ ਨੇ ਕਪਿਲ ਗਊ ਨੂੰ ਚੋਇਆ, ਉਸ ਦਾ ਦੁੱਧ ਇੱਕ ਕਟੋਰੇ ਵਿੱਚ ਪਾ ਲਿਆ। ਉਹ ਦੁੱਧ ਉਹਨਾਂ ਨੇ ਭਗਵਾਨ ਨੂੰ ਜਾ ਕੇ ਭੇਟ ਕੀਤਾ। ਭਗਵਾਨ ਨੇ ਉਸ ਦੁੱਧ ਨੂੰ ਛਕ ਲਿਆ। ਭਗਤ ਜੀ ਨੇ ਦੁੱਧ ਛਕਾਉਣ ਤੋਂ ਪਹਿਲਾਂ ਬੇਨਤੀ ਕੀਤੀ, ਜੇ ਤੁਹਾਨੂੰ ਛਕਣਾ ਪਏਗਾ। ਸਾਖੀ ਜੋੜਨ ਵਾਲੇ ਨੇ ਕੀ ਜੋੜੀ, ਮੈਂ ਉਸ ਪਾਸੇ ਨਹੀਂ ਜਾਣਾ, ਸਮੇਂ ਦੇ ਲਿਹਾਜ਼ ਨਾਲ ਆਪਾਂ ਕੇਵਲ ਸੰਖੇਪ ਜਿਹੀ ਵਿਚਾਰ ਕਰਾਂਗੇ। ਸਾਖੀ ਜੋੜਨ ਵਾਲੇ ਨੇ ਕਥਿਆ ਹੈ ਭਗਤ ਜੀ ਦੇ ਪਿਤਾ ਜੀ ਰੋਜ਼ ਭਗਵਾਨ ਨੂੰ ਦੁੱਧ ਛਕਾਉਂਦੇ ਸਨ। ਇੱਕ ਦਿਨ ਉਹਨਾਂ ਕਿਤੇ ਜਾਣਾ ਸੀ ਤੇ ਭਗਤ ਜੀ ਨੂੰ ਡਿਊਟੀ ਦੇ ਗਿਆ। ਉਹਨਾਂ ਕਪਿਲ ਗਊ ਚੋਈ ਤੇ ਦੁੱਧ ਲਿਆ ਕੇ ਅੱਗੇ ਰੱਖਿਆ ਤੇ ਬੇਨਤੀ ਕਰਨ ਲੱਗੇ ਕਿ ਮੇਰੀ ਨਾ ਹੀ ਤਾਂ ਘਰ ਕੋ ਬਾਪ ਰਸਾਏ, ਮੇਰਾ ਪਿਤਾ ਗੁੱਸੇ ਹੋਏਗਾ, ਤੁਹਾਨੂੰ ਇਹ ਦੁੱਧ ਛਕਣਾ ਚਾਹੀਦਾ, ਮੇਰੀ ਬੇਨਤੀ ਹੈ। ਤਾਂ ਭਗਵਾਨ ਨੇ ਉਹ ਦੁੱਧ ਛਕਿਆ। दूध पियाए भगत कर गया, नामे हर का दर्शन पाया। ये साखी का तत सार है। भगत नामदेव साहब तो खुद बाणी विच कहिंदे हन, नामे सोई सेविया जो देहरा ना मसीत। भगत जी ने खुद बाणी दे विच आपां पिछे ही शब्द विचारे ने, सब है घट राम बोले रामा बोले राम बिना वो बोल, भी मेरा रब तो सारियां थावां ते रहिंदा। फिर ये भी उन्होंने लिखा, एक अनेक व्यापक पूरक जत देखो तत सोई, माया चित्र बचित्र विमोहित बिरला बूझा कोई। सब गोबिंद है, सब गोबिंद है, गोबिंद बिन नहीं कोई। आप जी नूं याद होएगा, आपां पिछले दीवाना च एक होर शब्द भी विचारिया, वो की है, आनी ले दूध रिधाई ले खीरंग, ठाकुर को न वेद करो, पहले दूध बिटारियो बशरे बीठल पहला काय करो। वो कहते मैं गां नूं चोवां, आनी ले दूध रिधाई ले खीरंग, उहदी खीर बनावां, फिर मैं एक खास जगह ते लैके जावां जिसनूं भगवान कहंदे ने, उहनूं भेटा करां, ते फिर मैं मन च सोचां, उत्थे थोड़ी जी किरिया होवे भी चलो भगवान ने छक लिया है। फिर मैं सोचा भगवान ने मेरा बनाया होया पकवान प्रवान कर लिया। पर भगत जी कहते मेरा विचार होर है, मैं ये कहता हाँ, पहले दूध बिटारियो बशरै बीठल पहला काय करो। भी दो चीज़ां ने, एक तो धार्मिक लोग आखते ने कि सुची चीज़ चाहिए, जिहड़ी भी असी रब लई भगवान लई जां किसी भी चीज़ लई धार्मिक कंमां विच वरतदे उहनूं आपां कहने सुची लिआओ। कहंदे दुध किवें सुचा है, ये तो आया गऊ के शरीर विचों है। फिर उसनूं पहलां चोण तो पहलां वच्छा छड्डना पिया, गां नूं पसमाउण वास्ते उहने जूठा कीता, फिर मैं वो दुध चो लिया। एक तो हुण सुचम की कहानी जिहड़ी इस जगह के उत्ते भगत जी ने कहा भी सुच्चा किवें रह गया। वैसे मैं अगे भी एक दिन बेनती की, असी बंदियां दे उत्ते टैग लाउने, आ सुच्चा झूठा इवें उवें कई गल्लां असी करदे हां। सफाई ते सुचम च फर्क है, समझ लैना। सफाई असी गंदगी तो शरीर नूं रोगां तो बचाउण लई रखनी ही रखनी है, पर जिहड़ा सुचम वाला पहरा है ना, सुचम वाली जिहड़ी खेड है, हथ धोण दे नाल हथ साफ हुंदे ने, सुच्चे नहीं हुंदे। गुरु ग्रंथ साहब कहंदे देही धोण नाल देही साफ हुंदी है, सुची नहीं हुंदी। सुची काहदे नाल हुंदी है? सच नाल, चंगे अमल नाल। तो गरीब नवाज महाराज ने इस करके सुचम विच ते सफाई विच एक अंतर सानूं बाणी दे विच दस्सिआ, ये जरूर ध्यान च रखना। असीं बंदे बंदिआं नूं सुच्चे ते झूठिआं दे खिताब दिंदे आ, पवित्र ते अपवित्रता दे खिताब दिंदे आ। पशु के शरीर दे विचों ढल के आई चरबी दुध के रूप में सानू प्रवान है। कीड़ियां दे शरीर विचों निकलिया होया जाया तरल पदार्थ रेशम के रूप में सानू प्रवान है।
ਪਤਾ ਨਹੀਂ ਕਿੱਥੋਂ ਕਿਹੋ ਜਿਹੀ ਮਿੱਟੀ ਲੈ ਕੇ ਕਿਸੇ ਨੇ ਭਾਂਡਾ ਬਣਾਇਆ ਤੇ ਸੋਹਣਾ ਘੜ ਕੇ ਉਹਨੇ ਸਾਡੇ ਸਾਹਮਣੇ ਪਕਾ ਕੇ ਰੱਖ ਦਿੱਤਾ। ਸਾਨੂੰ ਉਹ ਭਾਂਡਾ ਉਹਦੇ 'ਚ ਖਾਣਾ ਤੇ ਉਹਨੂੰ ਯੂਜ਼ ਕਰਨਾ ਪ੍ਰਵਾਨ ਹੈ, ਪਰ ਸਾਨੂੰ ਇਨਸਾਨ ਪ੍ਰਵਾਨ ਨਹੀਂ ਹੈ। ਅਸੀਂ ਉੱਥੇ ਪਵਿੱਤਰ ਅਪਵਿੱਤਰਤਾ ਦਾ ਟੈਗ ਲੈ ਕੇ ਧਰਮ ਦੀ ਦੁਨੀਆ 'ਚ ਭੇਦਭਾਵ ਕਰਦੇ ਹਾਂ ਕਿ ਪਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਸਤਿਗੁਰੂ ਮਹਾਰਾਜ ਨੇ ਸਾਨੂੰ ਕਿਹਾ ਵੀ ਸਾਨੂੰ ਕਿਸੇ ਨਾਲ ਪਵਿੱਤਰ ਅਪਵਿੱਤਰ ਦੇ ਦ੍ਰਿਸ਼ਟੀਕੋਣ ਤੋਂ ਭੇਦਭਾਵ ਕਰਨ ਦਾ ਕੋਈ ਅਧਿਕਾਰ ਨਹੀਂ। ਜਿਸ ਦਾ ਅਮਲ ਉੱਚਾ ਹੈ ਉਹ ਪਵਿੱਤਰ ਹੈ, ਜਿਸ ਦਾ ਅਮਲ ਕਰਮ ਨੀਵਾਂ ਹੈ, ਵਿਹਾਰ ਮਾੜਾ ਹੈ, ਉਹ ਅਪਵਿੱਤਰ ਹੈ। ਭਾਵੇਂ ਉਹ 100 ਵਾਰ ਰੋਜ਼ ਇਸ਼ਨਾਨ ਕਰੇ ਤੇ ਭਾਵੇਂ ਉਹ ਦੁਨੀਆ ਦੇ ਕੁੱਲ ਜਹਾਨ ਦੇ ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਹੋਵੇ। ਸਾਧ ਭਲੇ ਅਣਨਾਤਿਆਂ ਚੋਰ ਸਿਚੋਰਾ ਚੋਰ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਵਾਕ ਕਹਿੰਦੇ ਨੇ, ਇੱਕ ਹੋਰ ਸ਼ਬਦ ਆਪਾਂ ਭਗਤ ਰਵਿਦਾਸ ਜੀ ਦਾ ਪਹਿਲੇ ਦੀਵਾਨਾਂ ਵਿੱਚ ਵਿਚਾਰਿਆ ਜਦੋਂ ਉਹਨਾਂ ਦੀ ਬਾਣੀ ਦੀ ਆਪਾਂ ਵਿਚਾਰ ਕਰਦੇ ਸਾਂ। ਦੂਧ ਤਾਂ ਬਸ਼ਰੈ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋਂ, ਅਵਰ ਨਾ ਫੂਲ ਅਨੂਪ ਨਾ ਪਾਵੋਂ, ਮੈਲਾ ਗਰ ਬੇਰੇ ਹੈ ਭੁਯੰਗਾ, ਵੇਖੇ ਅੰਮ੍ਰਿਤ ਬਸੈ ਇੱਕ ਸੰਗਾ, ਧੂਪ ਦੀਪ ਨਹੀਂ ਬੇਦੈ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਸੀ, ਭਵਰੇ ਵਿੱਚ ਵੀ ਤੂੰ ਹੈ, ਫੁੱਲ ਵਿੱਚ ਵੀ ਤੂੰ ਹੈ, ਬਸ਼ਰੇ ਵਿੱਚ ਵੀ ਤੂੰ ਹੈ, ਗਊ ਵਿੱਚ ਵੀ ਤੂੰ ਹੈ, ਪਾਣੀ ਵਿੱਚ ਵੀ ਤੂੰ ਹੈ। ਕਿਹੜੀ ਉਹ ਥਾਂ ਜਿੱਥੇ ਤੂੰ ਨਹੀਂ ਤੇ ਤੇਰੀ ਚੀਜ਼ ਮੈਂ ਤੈਨੂੰ ਕਿਵੇਂ ਭੇਟਾ ਕਰ ਸਕਦਾ? ਉਹ ਤਾਂ ਆਲਰੇਡੀ ਤੇਰੀ ਹੈ। ਬਾਣੀ ਦਾ ਇਹ ਵਾਕ ਵੀ ਆਪਾਂ ਪੜ੍ਹਿਆ, ਤੇਰੋ ਕੀਆ ਤੁਝੈ ਘਿਆਰ ਪਾਉ, ਨਾਮ ਤੇਰਾ ਤੂੰ ਹੀ ਚਵਰ ਟੁਲਾਰੇ। ਤੇਰਾ ਪੈਦਾ ਕੀਤਾ ਹੋਇਆ ਮੈਂ ਤੈਨੂੰ ਅਰਪ ਕੇ ਸਮਝਾਂ ਵੀ ਮੈਂ ਤੈਨੂੰ ਦੇ ਰਿਹਾ ਖਾਣ ਲਈ। ਇਹ ਤਾਂ ਸੀ ਪਹਿਲਾ ਨੁਕਤਾ। ਦੂਜਾ ਖਿਆਲ ਇਹ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਅਕਾਲ ਪੁਰਖ ਪਰਮੇਸ਼ਰ ਨਿਰਗੁਣ ਸਰੂਪ ਹੈ। ਉਹ ਕੋਈ ਸਰੀਰਧਾਰੀ ਨਹੀਂ ਜਿਹੜਾ ਸਾਡੇ ਵਾਂਗ ਖਾਂਦਾ ਹੈ। ਭਗਤ ਸਾਹਿਬਾਨ, ਗੁਰੂ ਸਾਹਿਬਾਨ ਜਿਸ ਨਿਰੰਕਾਰ ਪਰਮੇਸ਼ਰ ਦੇ ਉਪਾਸ਼ਕ ਨੇ, ਉਹ ਕੋਈ ਸਰੀਰਧਾਰੀ, ਕੋਈ ਫਿਜ਼ੀਕਲੀ ਸਟਰਕਚਰ ਵਾਲਾ ਵਿਅਕਤੀ ਜਾਂ ਕੋਈ ਬੁੱਤ ਜਾਂ ਕੋਈ ਐਸੀ ਚੀਜ਼ ਨਹੀਂ ਹੈ ਜੋ ਸਾਡੇ ਵਾਂਗ ਵਿਹਾਰ ਕਰੇ। ਉਸ ਨੂੰ ਤਾਂ ਨਿਰਗੁਣ ਕਿਹਾ ਗਿਆ, ਜੋਤ ਰੂਪ ਕਿਹਾ ਗਿਆ ਹੈ। ਉਸ ਨੂੰ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਉ ਗੁਣ ਤੇ ਪ੍ਰਭ ਭਿੰਨ ਆਖਿਆ ਹੈ। ਉਸ ਨੂੰ ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਖਿਆ ਹੈ। ਉਸ ਨੂੰ ਆਪੇ ਆਪ ਨਿਰੰਜਨ ਸੋਏ ਲਿਖਿਆ ਹੈ। ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾਕੋਰੇ, ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨਾ ਬਾਪੋਰੇ ਲਿਖਿਆ ਹੈ। ਉਸ ਪਰਮੇਸ਼ਰ ਵਾਹਿਗੁਰੂ ਦਾ ਘਟ ਘਟ ਵਾਸੀ ਆਖਦਿਆਂ ਹੋਇਆਂ ਲਿਖਿਆ ਵੀ ਉਸ ਦਾ ਕੋਈ ਰੂਪ ਰੰਗ ਚੱਕਰ ਚੇਨ ਆਕਾਰ ਨਹੀਂ, ਉਹਨੂੰ ਕੋਈ ਪੈਦਾ ਨਹੀਂ ਕਰ ਸਕਦਾ, ਉਹਨੂੰ ਕੋਈ ਘੜ ਨਹੀਂ ਸਕਦਾ, ਉਹਨੂੰ ਕੋਈ ਬਣਾ ਨਹੀਂ ਸਕਦਾ। ਬੜੇ ਵਾਕ ਗੁਰੂ ਗ੍ਰੰਥ ਸਾਹਿਬ ਚੋਂ ਮਿਲ ਜਾਣਗੇ। ਤੇ ਇਹਦੇ ਨਾਲ ਹੀ ਜੁੜਵਾਂ ਤੀਜਾ ਖਿਆਲ ਇਹ ਹੈ, ਜਦੋਂ ਸਰੀਰਧਾਰੀ ਨਹੀਂ ਉਹਨੂੰ ਨਿਰਲੇਪ ਲਿਖਿਆ। ਆਪਾਂ ਪੜ੍ਹੇ ਨਾ ਉਹ ਸ਼ਬਦ ਬਾਣੀ ਦੇ ਵੀ ਵਾਹਿਗੁਰੂ ਨਿਰਲੇਪ ਹੈ, ਸਭ ਘਟ ਭੋਗਵੈ ਅਲਿਪਤ ਰਹਿ, ਹੈ ਉਹ ਸਭਨਾਂ ਵਿੱਚ। ਨਿਰਲੇਪ ਦਾ ਮਤਲਬ ਕੀ ਹੁੰਦਾ? ਜਿਸ ਉੱਤੇ ਪ੍ਰਕਿਰਤੀ ਦਾ, ਨੇਚਰ ਦਾ ਕੋਈ ਇਫੈਕਟ ਨਹੀਂ ਪੈਂਦਾ। ਆਪਾਂ ਸਾਰੇ ਨੇਚਰ 'ਚ ਪੈਦਾ ਹੋਏ, ਕੁਦਰਤ ਦੇ ਬੰਦੇ ਸਾਨੂੰ ਲਿਖਿਆ ਬਾਣੀ ਨੇ। ਤੇ ਜੇ ਪੈਦਾ ਹੋਏ ਆ, ਗਰਮੀ ਲੱਗਦੀ ਹੈ, ਸਰਦੀ ਲੱਗਦੀ ਹੈ, ਧੁੱਪ ਛਾਂ, ਖੁਸ਼ੀ ਗਮੀ, ਭੁੱਖ ਲੱਗਦੀ ਹੈ, ਖਾਂਦੇ ਹਾਂ, ਰੋਗ ਪੈਦਾ ਹੁੰਦਾ ਹੈ, ਇਹ ਸਾਰਾ ਕੁਝ ਅਸੀਂ ਹੰਢਾਉਂਦੇ ਹਾਂ ਨਾ। ਤੋ ਇਹ ਸਾਰਾ, ਜਿਹਦਾ ਮਤਲਬ ਅਸੀਂ ਪ੍ਰੋਸੈਸ ਵਿੱਚ ਪਏ, ਸਾਡਾ ਜਿਹੜਾ ਜੀਵਨ ਹੈ ਉਹ ਪ੍ਰੋਸੈਸ ਵਿੱਚ ਪਏ। ਜਨਮੇ ਹਾਂ, ਵੱਡੇ ਹੋ ਰਹੇ ਹਾਂ, ਬੁੱਢੇ ਹੋਵਾਂਗੇ ਜੇ ਵਕਤ ਮਿਲਿਆ ਤਾਂ, ਤੇ ਮਰਾਂਗੇ ਅਵਸ਼। ਭੁੱਖ ਲੱਗਦੀ ਹੈ, ਖਾਂਦੇ ਹਾਂ, ਬਿਮਾਰ ਵੀ ਹੁੰਦੇ ਹਾਂ, ਤੰਦਰੁਸਤ ਵੀ ਰਹਿੰਦੇ। ਇਹ ਸਾਰਾ ਕੁਝ ਪੂਰਾ ਪੈਕੇਜ ਹੀ ਸਾਨੂੰ ਮਿਲ ਰਿਹਾ ਨਾ ਜੀ। ਇਹ 'ਚੋਂ ਕੋਈ ਘਾਟਾ ਵਾਧਾ ਨਹੀਂ ਕੀਤਾ ਜਾ ਸਕਦਾ। ਕੁਦਰਤ ਨੇ ਜਿਹੜੀ ਚੀਜ਼ ਪੈਦਾ ਕੀਤੀ ਉਹ ਸਾਰੀਆਂ ਚੀਜ਼ਾਂ, ਉਹਦੇ ਵਿੱਚ ਡਿਜ਼ੀਜ਼ ਵੀ ਰੱਖੀ ਆ, ਤੰਦਰੁਸਤੀ ਵੀ ਰੱਖੀ ਹੈ, ਭੁੱਖ ਵੀ ਰੱਖੀ, ਰਜੇਵਾਂ ਵੀ ਰੱਖਿਆ, ਖੁਸ਼ੀ ਗਮੀ, ਦੁੱਖ ਸੁੱਖ, ਧੁੱਪ ਛਾਂ, ਹਰ ਚੀਜ਼ ਅਸੀਂ ਹੰਢਾਉਂਦੇ ਤੇ ਮਹਿਸੂਸ ਕਰਦੇ। ਜੇ ਰੱਬ ਵੀ ਕੋਈ ਸਰੀਰਧਾਰੀ ਹੈ ਤਾਂ ਫਿਰ ਉਹ ਵੀ ਇਹ ਚੀਜ਼ਾਂ ਮਹਿਸੂਸ ਕਰਦਾ ਹੋਏਗਾ, ਤੇ ਜੋ ਵੀ ਇਹ ਕਰਦਾ ਹੈ ਫਿਰ ਉਹ ਸਾਡੇ ਤੋਂ ਵੱਖਰਾ ਤੇ ਵੱਡਾ ਕਿਵੇਂ ਹੋਇਆ? ਜੋ ਵੀ ਜਨਮਿਆ ਹੈ ਤੇ ਇਹਦਾ ਮਤਲਬ ਜਨਮੰ ਤਾਂ ਮਰਨੰ, ਮਰੇਗਾ। ਫਿਰ ਉਸ ਨੂੰ ਗੁਰਬਾਣੀ ਨੇ ਅਬਿਨਾਸ਼ੀ ਲਿਖਿਆ,
ਫਿਰ ਇਸ ਸਿਧਾਂਤ ਦਾ ਕੀ ਕਰਾਂਗੇ? ਜੇ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਪ੍ਰਕਿਰਤਕ ਗੁਣਾਂ ਦਾ ਪ੍ਰਭਾਵ ਪੈਂਦਾ ਹੈ, ਫਿਰ ਉਸ ਨੂੰ ਗੁਰਬਾਣੀ ਨੇ ਨਿਰਲੇਪ ਲਿਖਿਆ ਹੈ, ਫਿਰ ਅਸੀਂ ਇਸ ਸਿਧਾਂਤ ਦੀ ਵਿਚਾਰ ਤੋਂ ਵਾਂਝੇ ਰਹਿ ਜਾਵਾਂਗੇ। ਤੋ ਅਗਲਾ ਇੱਕ ਨੁਕਤਾ ਹੋਰ ਹੈ, ਪਰਮੇਸ਼ਰ ਦੀ ਸਿਫਤ ਸਲਾਹ ਕਰਦਿਆਂ ਤੇ ਸਾਡੇ ਜੀਵਨ ਦੀ ਸਾਰੀ ਪ੍ਰਕਿਰਿਆ ਬਿਆਨਦਿਆਂ ਹਜ਼ੂਰ ਨੇ ਬਾਣੀ 'ਚ ਕਿਹਾ ਜਨਮੰ ਤਾਂ ਮਰਣੰ, ਤੇ ਇੱਕ ਸ਼ਬਦ ਲਿਖਿਆ ਭੋਗੰ ਤਾਂ ਰੋਗੰ। ਅਸੀਂ ਭੋਗਦੇ ਹਾਂ ਤੇ ਰੋਗੀ ਹੁੰਦੇ ਹਾਂ। ਭੋਗਣ ਦਾ ਮਤਲਬ ਹੈ ਅਸੀਂ ਕੰਨਾਂ ਨਾਲ, ਅੱਖਾਂ ਨਾਲ, ਸਪਰਸ਼ ਨਾਲ, ਪੰਜੇ ਗਿਆਨ ਇੰਦਰੀਆਂ ਨਾਲ ਭੋਗਦੇ ਹਾਂ, ਖਾਂਦੇ ਹਾਂ, ਪਹਿਨਦੇ ਹਾਂ, ਵੇਖਦੇ ਹਾਂ, ਹਰ ਚੀਜ਼ ਖਾਂਦਿਆਂ ਮੂੰਹ ਇਕੱਠਾ ਪਹਿਨੰਦਿਆਂ ਸਭ ਅੰਗ। ਤੇ ਰੋਗ ਵੀ ਸਾਡੀ ਲਾਈਫ ਦੇ ਵਿੱਚ, ਸਾਡੇ ਚੱਲਣ ਵਿੱਚ ਹੀ ਰੋਗ ਨੇ ਨਾ, ਬਿਮਾਰੀਆਂ ਤੇ ਇਹਦੇ ਵਿੱਚ ਹੀ ਨੇ ਨਾ, ਬਾਹਰੋਂ ਤਾਂ ਨਹੀਂ ਆ ਰਹੀਆਂ। ਪਰ ਪਰਮੇਸ਼ਰ ਭੋਗਦਾ ਨਹੀਂ, ਸਾਡੇ ਵਾਂਗ ਨਹੀਂ ਭੋਗਦਾ। ਇਸ ਕਰਕੇ ਉਹ ਪਾਖਾਨ ਗੜ ਕੈ ਮੂਰਤ ਕੀ ਨਹੀਂ ਦੇ ਕੈ ਛਾਤੀ ਪਾਉ, ਜੇ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਇਹ ਸਾਰੇ ਵਾਕ ਧਿਆਨ ਗੋਚਰੇ ਰੱਖਦਿਆਂ ਹੋਇਆਂ ਅਸੀਂ ਭਗਤ ਸਾਹਿਬਾਨ ਜੀ ਦਾ ਜੋ ਬੜਾ ਪਾਵਨ ਉਪਦੇਸ਼ ਉਹਨਾਂ ਨੇ ਪ੍ਰਤੀਕ ਸਮਾਜਿਕ ਸੰਸਾਰਕ ਵਰਤੇ ਨੇ, ਪਰ ਇਹਨਾਂ ਉਦਾਹਰਨਾਂ ਦੇ ਪਿੱਛੇ ਕੀ ਹੈ ਸੰਖੇਪ ਵਿੱਚ ਸਮਝਣ ਦਾ ਯਤਨ ਕਰਦੇ। ਰਹਾਉ ਦਾ ਬੰਦ ਹੈ, दूध पियो गोबिंदे राय, दूध पियो मेरो मन पति आए। इत्थे दुध किनू क्या है? कर्म नूं। बाणी की एक पंक्ति सांझी करदा, दूध कर्म संतोख घीओ कर, ऐसा मांगो दान। हे वाहिगुरू मैं तेरे कोल एक दान मंगदा, एक चीज़ की इच्छा रखदा, वो की मैनू कर्म रूपी दुध बख्शो। कर्म का मतलब है ਜਿਹਨੂੰ ਬਾਣੀ ਨੇ ਕਿਹਾ ਨਾ ਹਰ ਕੋ ਨਾਮ ਜਪ ਨਿਰਮਲ ਕਰੋ। ਇੱਥੇ ਥੋੜ੍ਹਾ ਜਿਹਾ ਮੈਂ ਰੁਕਣਾ ਚਾਹੁੰਦਾ। ਇੱਕ ਕਰਮ ਹੁੰਦਾ ਹੈ ਵੀ ਤੁਸੀਂ ਫਿਜ਼ੀਕਲੀ ਕਰਦੇ ਹੋ, ਤੁਹਾਡੇ ਖਿਆਲ 'ਚ ਨਹੀਂ, ਤੁਸੀਂ ਅੰਦਰੋਂ ਮੰਨ ਲਓ ਮੈਂ ਅੰਦਰੋਂ ਇੰਨਾ ਇਮਾਨਦਾਰ ਨਹੀਂ, ਮੈਨੂੰ ਇਮਾਨਦਾਰੀ ਵਿਖਾਉਣੀ ਪੈ ਰਹੀ। ਇੱਕ ਤਾਂ ਇਹ ਹੁੰਦਾ ਆਪਣੇ ਆਪ ਨੂੰ ਕੰਪੈਲ ਕਰਦਾ ਬੰਦਾ, ਤੈਨੂੰ ਚੰਗਾ ਕਰਨਾ ਪਏਗਾ, ਨਹੀਂ ਤਾਂ ਰਿਸ਼ਤੇਦਾਰ, ਲੋਕ, ਸਮਾਜ, ਸੁਸਾਇਟੀ ਵਗੈਰਾ ਕੀ ਕਹਿਣਗੇ। ਉਹ ਜਿਹੜੀ ਅਸੀਂ ਇਮਾਨਦਾਰੀ ਕਮਾ ਰਹੇ ਹਾਂ ਨਾ, ਉਹ ਮਜਬੂਰੀ 'ਚ ਕਮਾ ਰਹੇ। ਸਾਡੇ ਸਿਰ 'ਤੇ ਕੁੰਡਾ ਹੈ ਸ਼ਰਮ ਦਾ, ਕਾਨੂੰਨ ਦਾ, ਸਮਾਜ ਦਾ, ਪਰਿਵਾਰ ਦਾ, ਆਲੇ ਦੁਆਲੇ ਜਿੰਨੇ ਰਿਲੇਸ਼ਨ ਨੇ ਸਾਡੇ ਉਹਨਾਂ ਦਾ। ਉਹ ਜਿਹੜੀ ਚੰਗਿਆਈ ਅਸੀਂ ਕਮਾਉਂਦੇ ਹਾਂ ਬਹੁਤੀ ਵਾਰ, ਉਹ ਕੇਵਲ ਵਿਖਾਵਾ ਮਾਤਰ ਹੁੰਦੀ। ਉਹ ਕਿਉਂ ਸਾਨੂੰ ਕਰਨੀ ਪੈ ਰਹੀ? ਕਿਉਂਕਿ ਉਹ ਇਸ ਤਰ੍ਹਾਂ ਚਾਹੁੰਦੇ ਨੇ, ਨਹੀਂ ਤਾਂ ਉਹ ਸਾਨੂੰ ਰਿਜੈਕਟ ਕਰ ਦੇਣਗੇ। ਤੇ ਜੇ ਤੁਸੀਂ ਨਹੀਂ ਚਾਹੁੰਦੇ ਵੀ ਉਹ ਸਾਨੂੰ ਰਿਜੈਕਟ ਨਾ ਕਰਨ, ਸਾਨੂੰ ਅਸੈਪਟ ਕਰਨ, ਤੇ ਉਹਨਾਂ ਵਰਗਾ ਤੁਹਾਨੂੰ ਵਿਹਾਰ ਮਜਬੂਰੀ 'ਚ ਕਹਿ ਲਓ ਕਰਨਾ ਪੈਂਦਾ। ਹੁਣ ਉੱਥੇ ਧਰਮ, ਜਿਹਨੂੰ ਆਪਾਂ ਕਹਿੰਦੇ ਧਰਮ ਕੀ ਹੁੰਦਾ ਹੈ, ਗੁਰੂ ਸਾਹਿਬ ਕਹਿੰਦੇ ਨਹੀਂ। ਗੁਰੂ ਸਾਹਿਬ ਨੂੰ ਪੁੱਛੀਏ ਕੀ ਇਹ ਕੰਮ ਮਹਾਰਾਜ ਧਰਮ ਦੇ ਖਾਤੇ 'ਚ? ਹਜ਼ੂਰ ਨੇ ਕਿਹਾ ਨਹੀਂ, ਇਹ ਨੱਕ ਨਮੂਜ ਦੇ ਖਾਤੇ 'ਚ ਆਉਂਦਾ, ਇਹਦਾ ਅਕਾਊਂਟ ਹੀ ਵੱਖਰਾ ਹੈ, ਇਹ ਚੀਜ਼ ਦਾ ਰਸਤਾ ਹੀ ਵੱਖਰਾ ਹੈ। ਇਹ ਜਿੰਨੇ ਤੂੰ ਕਰਮ ਕਰਦਾ ਹੈ ਇਹ ਆਪਣੇ ਸਵਾਰਥ ਲਈ, ਵੀ ਮੈਨੂੰ ਕੋਈ ਬੁਰਾ ਨਾ ਆਖੇ, ਮੈਨੂੰ ਕੋਈ ਰਿਜੈਕਟ ਨਾ ਕਰਦਾ ਹੈ, ਉਹ ਇਵੇਂ ਚਾਹੁੰਦੇ ਨੇ ਤਾਂ ਮੈਨੂੰ ਕਰਨਾ ਪੈ ਰਿਹਾ ਹੈ, ਤਾਂ ਮੈਨੂੰ ਕਰਨਾ ਪੈ ਰਿਹਾ ਹੈ। ਉਹ ਜਿਹੜਾ ਤੈਨੂੰ ਕਰਨਾ ਪੈ ਰਿਹਾ ਨੂੰ ਤੂੰ ਬਹੁਤ ਮਜਬੂਰ ਬੰਦਾ ਹੈ, ਤੂੰ ਬੜਾ ਆਪਣੇ ਆਪ ਨੂੰ ਕੰਪੈਲ ਕਰਕੇ, ਮਨਾ ਕੇ, ਜ਼ਬਰਦਸਤੀ ਫੋਰਸ ਕਰਕੇ ਆਪਣੇ ਆਪ ਨੂੰ ਤੂੰ ਕੰਮ ਕੀਤਾ ਹੈ। ਹੁਣ ਮੈਂ ਸਤਿਗੁਰੂ ਨੂੰ ਪੁੱਛਾਂ ਮਹਾਰਾਜ ਕੰਮ ਤਾਂ ਉਹ ਕੀਤਾ ਹੈ ਨਾ, ਭਾਵੇਂ ਫੋਰਸ, ਮਜਬੂਰੀ, ਜਿੱਦਾਂ ਵੀ ਕੀਤਾ ਹੈ, ਕੀਤਾ ਤੇ ਹੈ ਨਾ। ਹਜ਼ੂਰ ਕਹਿੰਦੇ ਚੱਲ ਇੱਕ ਪਲ ਲਈ ਸੋਚ, ਜੇ ਤੇਰੇ ਤੋਂ ਇਹ ਸਾਰੇ ਕੁੰਡੇ ਹਟਾ ਲੈ ਜਾਣ ਤੂੰ ਕੀ ਹੋਏਗਾ? ਅਸਲ ਕਰੈਕਟਰ ਤੇਰਾ ਉਹ ਹੈ ਜਿਹੜਾ ਤੂੰ ਖੁਦ ਬਣਾਇਆ, ਜਿਹੜੇ ਤੂੰ ਮਜਬੂਰੀ 'ਚ ਕੀਤੇ ਉਹ ਤੇਰਾ ਕਰੈਕਟਰ ਨਹੀਂ ਸੀ, ਉਹ ਤੈਨੂੰ ਨਾਟਕ ਕਰਨਾ ਪਿਆ। ਤੁਸੀਂ TV ਵੇਖਦੇ ਹੋ, ਸ਼ੋਅ ਚੱਲਦਾ ਹੈ, ਰੀਅਲ ਲਾਈਫ 'ਚੋਂ ਇਸ ਤਰ੍ਹਾਂ ਥੋੜ੍ਹੀ ਹੁੰਦੇ ਨੇ ਬੰਦੇ। ਕੋਈ ਹੈਲੀਕਾਪਟਰ ਤੋਂ ਛਾਲ ਮਾਰ ਰਿਹਾ, ਕੋਈ 15 ਬੰਦਿਆਂ ਨੂੰ ਇਕੱਲਾ ਕੁੱਟ ਰਿਹਾ, ਫਿਲਮ ਚੱਲ ਰਹੀ ਹੈ। ਰੀਅਲ ਲਾਈਫ 'ਚੋਂ ਕੀ ਨੇ? ਬਿਲਕੁਲ ਵੱਖਰੇ। ਅਸੀਂ ਪਰਦੇ ਨੂੰ ਵੇਖ ਕੇ ਪ੍ਰਭਾਵਿਤ ਹੋਣਾ, ਅਸੀਂ ਤਾਂ ਕਈ ਵਾਰ ਰੋਣ ਵੀ ਲੱਗ ਜਾਂਦੇ ਹਾਂ। TV 'ਚ ਇਹੋ ਜਿਹਾ ਸੀਰੀਅਸ ਚੱਲ ਰਿਹਾ ਹੋਵੇ ਤੇ ਨਾਲ ਬੰਦਾ ਰੋਣ ਲੱਗ ਜਾਂਦਾ, ਹੱਸਣ ਲੱਗ ਜਾਂਦਾ, ਇੰਪ੍ਰੈਸ ਹੁੰਦਾ ਹੀਰੋ ਤੋਂ, ਜੋ ਉਹਦੇ ਵਿੱਚ ਹੀਰੋ ਕਰ ਰਿਹਾ ਉਹਦੇ ਤੋਂ ਇੰਪ੍ਰੈਸ ਹੋਏ ਵੀ ਵਾਹ ਵਾਹ ਮੈਂ ਇਹੋ ਜਿਹਾ ਬਣਨਾ ਚਾਹੁੰਦਾ। ਪਰ ਰੀਅਲ ਲਾਈਫ 'ਚ ਉਹ ਸਾਡੇ ਵਰਗਾ ਹੀ ਹੁੰਦਾ, ਜਿਹੜਾ 15 ਬੰਦਿਆਂ ਨੂੰ ਕੁੱਟ ਰਿਹਾ ਹੁੰਦਾ ਹੈ, ਫਾਈਟ ਕਰ ਰਿਹਾ ਹੁੰਦਾ ਹੈ,
ਹੋ ਸਕਦਾ ਉਹ ਬਿੱਲੀ ਦੇ ਰਸਤਾ ਕੱਟਣ ਤੋਂ ਡਰ ਜਾਂਦਾ ਹੋਵੇ, ਇੰਨਾ ਵਹਿਮੀ ਹੋਵੇ। ਇਸ ਤਰ੍ਹਾਂ ਹੀ ਹੁੰਦਾ ਹੈ। ਪਰ ਕਿਉਂਕਿ ਉਹ ਕੇਵਲ ਨਾਟਕ ਕਰ ਰਿਹਾ, ਉਹ ਉਹਦੀ ਜੌਬ ਹੈ, ਉਹਨੇ ਸਕ੍ਰਿਪਟ ਦੇ ਹਿਸਾਬ ਨਾਲ ਕੰਮ ਕਰਨਾ ਹੈ। ਤੇ ਸਕ੍ਰਿਪਟ ਬਣਾਉਣ ਵਾਲੇ ਨੇ ਤੇ ਪ੍ਰੋਡਿਊਸਰ ਨੇ, ਡਾਇਰੈਕਟਰ ਨੇ ਇਹ ਪਹਿਲਾਂ ਜਾਣਨਾ ਹੈ ਵੀ ਲੋਕ ਕੀ ਚਾਹੁੰਦੇ ਨੇ, ਵਿਕਦਾ ਕੀ ਹੈ। ਜੋ ਵਿਕਦਾ ਹੈ ਉਹਨਾਂ ਨੇ ਉਹ ਬਣਾਇਆ ਤੇ ਉਹਨੂੰ ਸਕ੍ਰਿਪਟ ਦਿੱਤੀ, ਉਹਨੇ ਕੀਤਾ। ਹੁਣ ਤੁਸੀਂ ਜ਼ਰਾ ਵੇਖੋ ਨਾ ਲੜੀ ਕਿਵੇਂ ਜੁੜ ਰਹੀ ਹੈ। ਉਹ ਰੀਅਲ ਲਾਈਫ 'ਚ ਇਹੋ ਜਿਹਾ ਨਹੀਂ ਹੈ, ਅਸਲੀ ਜ਼ਿੰਦਗੀ ਉਹਦੀ ਇਹੋ ਜਿਹੀ ਨਹੀਂ, ਉਹ ਤਾਂ ਸਕ੍ਰਿਪਟ ਹੈ। ਉਹਨੂੰ ਕੋਈ ਹੋਰ ਮਿਲ ਜਾਂਦੀ ਸਕ੍ਰਿਪਟ, ਉਹਨੇ ਉਹਦੇ ਮੁਤਾਬਕ ਚੱਲਣਾ ਸੀ। ਅਸੀਂ ਵੀ ਆਪਣੇ ਜੀਵਨ 'ਚ ਜਿਹੜਾ ਵੀ ਚੰਗਾ ਕੰਮ ਜੇ ਮਜਬੂਰੀ 'ਚ ਕਰਦੇ ਹਾਂ, ਮਤਲਬ ਸਕ੍ਰਿਪਟਡ ਹੈ, ਸਾਨੂੰ ਕਰਨਾ ਪੈ ਰਿਹਾ। ਅਸੀਂ ਰੀਅਲ ਲਾਈਫ 'ਚ ਤਾਂ ਉਹੋ ਜਿਹੇ ਨਹੀਂ ਨਾ। ਨਿਮਰਤਾ ਵਿਖਾਉਣੀ ਪੈ ਰਹੀ ਹੈ, ਧੀਰਜ ਰੱਖਣਾ ਪੈ ਰਿਹਾ ਹੈ, ਮਿੱਠਾ ਬੋਲਣਾ ਪੈ ਰਿਹਾ ਹੈ, ਸਿਰ ਝੁਕਾਉਣਾ ਪੈ ਰਿਹਾ ਹੈ। ਇਹ ਸਾਰਾ ਕੰਮ ਜਿਹੜਾ ਕਰਨਾ ਪੈ ਰਿਹਾ ਨਾ, ਇਹਦਾ ਮਤਲਬ ਸਕ੍ਰਿਪਟਡ ਹੈ ਸਾਰੇ ਦਾ ਸਾਰਾ। ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਣਾ ਪੈ ਰਿਹਾ ਹੈ। ਵੇਖੋ, ਖੁਸ਼ ਨਹੀਂ ਹਾਂ ਫਿਰ ਹੋਣਾ ਪੈ ਰਿਹਾ। ਅਗਲਾ ਕੀ ਸੋਚੇਗਾ? ਅਗਲਾ ਕੀ ਆਖੇਗਾ ਵੀ ਖੁਸ਼ ਨਹੀਂ, ਮੇਰੀ ਖੁਸ਼ੀ ਵਿੱਚ ਇਹਨੂੰ ਕੋਈ ਚਾਅ ਨਹੀਂ ਹੋਇਆ। ਚਲੋ ਹੋ ਲੈਂਦਾ, ਮਜਬੂਰ ਜਿਹਾ ਹੋ ਕੇ ਬੰਦਾ ਖੁਸ਼ ਹੋ ਲੈਂਦਾ। ਉਹ ਜਿਹੜਾ ਕਰ ਰਹੇ ਹੋ ਤੁਸੀਂ ਥੋੜ੍ਹਾ ਕਰ ਰਹੇ ਹੋ, ਕਰਵਾਇਆ ਜਾ ਰਿਹਾ ਤੁਹਾਡੇ ਤੋਂ, ਮਾਹੌਲ ਕਰਵਾ ਰਿਹਾ, ਇਨਵਾਇਰਮੈਂਟ ਦੀ ਡਿਮਾਂਡ ਹੈ ਵੀ ਤੁਸੀਂ ਇਹ ਕਰੋ, ਤੁਸੀਂ ਕਰ ਲਿਆ। ਧਰਮ ਕੀ ਹੈ? ਹਜ਼ੂਰ ਕਹਿੰਦੇ ਜੋ ਤੁਸੀਂ ਆਪਣੀ ਅੰਤਰ ਆਤਮਾ 'ਚੋਂ ਕਰਦੇ ਹੋ। ਧਰਮ ਇਹ ਹੈ ਵੀ ਤੁਹਾਨੂੰ ਇਮਾਨਦਾਰੀ ਵਿਖਾਉਣੀ ਨਹੀਂ ਪੈ ਰਹੀ, ਤੁਸੀਂ ਹੋ। ਤੁਹਾਨੂੰ ਦੂਜੇ ਦੀ ਖੁਸ਼ੀ ਵਿੱਚ ਖੁਸ਼ ਹੋਣਾ ਨਹੀਂ ਪੈ ਰਿਹਾ, ਤੁਸੀਂ ਆਲਰੇਡੀ ਖੁਸ਼ ਰਹਿੰਦੇ ਹੋ, ਤੁਸੀਂ ਆਨੰਦ ਵਿੱਚ ਰਹਿੰਦੇ ਹੋ, ਤੁਸੀਂ ਹੋ ਹੀ ਖੁਸ਼, ਤੁਸੀਂ ਹੋ ਹੀ ਆਨੰਦਿਤ। ਤੁਹਾਨੂੰ ਦੂਜੇ ਨਾਲ ਮਿੱਠਾ ਬੋਲਣਾ ਪੈ ਨਹੀਂ ਰਿਹਾ, ਤੁਸੀਂ ਆਲਰੇਡੀ ਬੋਲਦੇ ਹੀ ਮਿੱਠਾ ਹੋ। ਮਿਠਾਸ ਤੁਹਾਡੇ ਅੰਦਰ ਹੈ, ਤੁਹਾਨੂੰ ਕੇਵਲ ਵਿਖਾਉਣੀ ਨਹੀਂ ਪੈ ਰਹੀ। ਇਹ ਧਰਮ ਹੈ। ਇਹਨੂੰ ਨਿਰਮਲ ਕਰਮ ਕਹੇ। ਹਰ ਕੋ ਨਾਮ ਜਪ ਨਿਰਮਲ ਕਰਮ। ਜਦੋਂ ਨਿਰਮਲ ਕਰਮ ਆਉਂਦਾ ਤੇ ਕਈ ਸੱਜਣ ਕਹਿੰਦੇ ਤੁਸੀਂ ਧਰਮ ਨੂੰ ਕੇਵਲ ਕਰਮ ਤੇ ਹੀ ਬੰਨ੍ਹ ਦਿੱਤਾ। ਨਹੀਂ, ਨਿਰਮਲ ਕਰਮ ਦੀ ਬੁਨਿਆਦ ਕੀ ਹੈ? ਹਰ ਕੋ ਨਾਮ ਜਪ। ਉਹ ਨਾਮ ਵਾਲੀ ਜ਼ਿੰਦਗੀ, ਨਾਮ ਵਾਲੇ ਪ੍ਰੋਸੈਸ ਵਿੱਚੋਂ ਨਿਰਮਲ ਕਰਮ ਜਿਹੜਾ ਉਪਜਦਾ ਹੈ, ਉਹੀ ਪਵਿੱਤਰ ਕਰਮ ਮੰਨਿਆ ਹਜ਼ੂਰ ਨੇ। ਵਿਖਾਵੇ ਦੇ ਕਰਮ ਨੂੰ ਪਵਿੱਤਰ ਨਹੀਂ ਮੰਨਿਆ। ਉਹ ਭਾਵੇਂ ਧਰਮ ਦੇ ਨਾਂ 'ਤੇ ਹੋਵੇ, ਸੋਸ਼ਲ ਲਾਈਫ 'ਚ ਹੋਵੇ, ਫੈਮਿਲੀ ਲਾਈਫ 'ਚ ਹੋਵੇ, ਕਿਤੇ ਵੀ ਹੋਵੇ, ਜਿੱਥੇ ਵੀ ਇਹ ਚੀਜ਼ ਆ ਗਈ ਵੀ ਜਿਹੜਾ ਗੁਣ ਹੈ, ਗੁਣ ਦਾ ਵਿਖਾਵਾ ਕਰਨਾ ਪੈ ਰਿਹਾ, ਨਿਰਮਲ ਕਰਮ ਨਹੀਂ। ਕਿਉਂਕਿ ਉਹਦੀ ਬੁਨਿਆਦ ਕੁਝ ਹੋਰ ਹੈ, ਉਹਦਾ ਬੇਸ ਕੁਝ ਹੋ ਜਾਏ। ਤਾਂ ਗੁਰੂ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦਿਆਂ ਹੋਇਆਂ ਫਰਮਾਉਂਦੇ ਨੇ, ਮੈਂ ਤੇਰੇ ਕੋਲੋਂ ਕਰਮ ਰੂਪੀ ਦੁੱਧ ਮੰਗਦਾ, ਨਿਰਮਲ ਕਰਮ। ਭਗਤ ਜੀ, ਇਹ ਕਰਮਾਂ ਦਾ ਦੁੱਧ, ਜਿਸ ਨੂੰ ਭਗਤ ਰਵਿਦਾਸ ਜੀ ਨੇ ਕਿਹਾ ਨਾ, ਤਨ ਮਨ ਅਰਪੋਂ ਪੂਜ ਚਰਾਮ। ਮੈਂ ਆਪਣਾ ਤਨ ਤੇ ਮਨ ਅਰਪਦਾ ਹਾਂ, ਇਹ ਤੁਹਾਡੇ ਸਾਹਮਣੇ ਪੂਜਾ ਦੇ ਰੂਪ ਵਿੱਚ ਭੇਟਾ ਕਰਨਾ। ਇਹ ਮੇਰੀ ਅਸਲ ਪੂਜਾ ਹੈ ਕਿ ਮੈਂ ਆਪਣਾ ਤਨ ਮਨ, ਆਪਣਾ ਵਜੂਦ, ਮੈਂ ਜੋ ਵੀ ਕਰਦਾ ਦੁਨੀਆ 'ਚ ਕਿਸੇ ਦੇ ਮੂੰਹ ਰੱਖਣ ਲਈ ਨਹੀਂ ਕਰਦਾ। ਮੈਂ ਕੇਵਲ ਤੁਹਾਨੂੰ ਸਾਹਮਣੇ ਰੱਖ ਕੇ ਕਰਦਾ। ਇੱਕ ਸਾਖੀ ਸੰਖੇਪ ਜੀ ਕਹਿ ਕੇ ਸਮਾਪਤੀ ਕਰਾਂਗਾ। ਸ਼ਬਦ ਲੰਮੀ ਵਿਚਾਰ ਮੰਗਦਾ, ਕੱਲ੍ਹ ਦੇ ਦੀਵਾਨ ਵਿੱਚ ਕਰ ਲਵਾਂਗੇ। ਮਿਸਟਰ ਕਨਿੰਗਮ ਨੇ ਇੱਕ ਗੁਰਸਿੱਖ ਨੂੰ ਵੇਖਿਆ, ਬਿਲਕੁਲ ਕੋਈ ਨਹੀਂ ਆਲੇ ਦੁਆਲੇ, ਕੋਈ ਵੇਖਣ ਵਾਲਾ ਨਹੀਂ। ਉਹ ਇੱਕ ਤਸਲਾ ਜਿਹੜਾ ਹੈ ਨਾ, ਬਾਟਾ ਜਿਹਨੂੰ ਵੀ ਕਹਿ ਦਿੰਦੇ ਆਪਾਂ, ਤਸਲਾ ਕਹਿ ਦਿੰਦੇ ਨੇ ਕਈ, ਉਹ ਕਈ ਦੇ ਨਾਲ ਮਿੱਟੀ ਪੁੱਟਦਾ, ਤਸਲੇ 'ਚ ਭਰਦਾ ਹੈ, ਉਹਨੂੰ ਸੁੱਟਦਾ ਹੈ। ਰਾਹ ਖਰਾਬ ਸੀ ਤੇ ਉਹਨੂੰ ਬਣਾ ਰਿਹਾ ਤੇ ਦਮੂਸੇ ਦੇ ਨਾਲ ਉਹਨੂੰ ਪੁੱਟਦਾ, ਮਿੱਟੀ ਨੂੰ ਮਜ਼ਬੂਤ ਕਰਦਾ। ਉਹਦੇ ਮਨ ਵਿੱਚ ਖਿਆਲ ਆਇਆ ਵੀ ਇਹ ਬੰਦਾ ਇੰਨੀ ਮਿਹਨਤ ਕਰ ਰਿਹਾ ਹੈ, ਵੀ ਇੱਕ ਰਸਤਾ ਟੁੱਟਾ ਹੈ, ਨਹੀਂ ਤਾਂ ਆਮ ਤੌਰ 'ਤੇ ਕੀ ਹੁੰਦਾ, ਟੁੱਟਾ ਹੈ ਤੇ ਠੀਕ ਹੈ, ਅਸੀਂ ਲੰਘ ਜਾਂਦੇ ਹਾਂ, ਸਾਨੂੰ ਕੀ। ਉਹ ਹੁਣ ਰਸਤਾ ਬਣਾ ਵੀ ਰਿਹਾ, ਇੰਨੀ ਮਿਹਨਤ ਕਰ ਰਿਹਾ, ਇੰਨਾ ਸਟਰਗਲ ਕਰ ਰਿਹਾ ਬੰਦਾ। ਉਹਦੇ ਜੀ ਚਾਈ ਨੂੰ ਮੈਂ ਪੁੱਛਾਂ, ਉਹਨੇ ਕਿਹਾ ਤੁਸੀਂ ਇਹ ਕੀ ਕਰ ਰਹੇ ਹੋ? ਉਹ ਕਹਿੰਦਾ ਜੀ ਰਸਤਾ ਖਰਾਬ ਸੀ, ਲੋਕ ਤੰਗ ਹੁੰਦੇ ਸਨ, ਮੈਂ ਸੋਚਿਆ ਇਹਨੂੰ ਸਵਾਰ ਦਿੰਦੇ ਹਾਂ। ਕਿਉਂ ਕਰ ਰਹੇ ਹੋ? ਤੁਹਾਨੂੰ ਕਿਸੇ ਕਿਹਾ ਵੀ ਇਹ ਕਰੋ? ਕਹਿੰਦਾ ਜੀ ਮੈਨੂੰ ਕਿਸੇ ਨੇ ਕਿਹਾ। ਮੈਂ ਨਾ ਕੋਈ ਮਜ਼ਦੂਰੀ ਕਰਕੇ ਕੰਮ ਕਰ ਰਿਹਾ ਵੀ ਮੈਨੂੰ ਕੋਈ ਮਜ਼ਦੂਰੀ ਮਿਲਣੀ ਹੈ,
ਨਾ ਮੈਨੂੰ ਕਿਸੇ ਨੇ ਕਿਹਾ ਹੈ, ਨਾ ਮੇਰਾ ਕੋਈ ਮੂੰਹ ਲਿਹਾਜ਼ ਹੈ ਕਿਸੇ ਨਾਲ। ਰਸਤਾ ਖਰਾਬ ਸੀ, ਮੇਰੇ ਕੋਲ ਸਮਾਂ ਸੀ ਤੇ ਮੈਂ ਕਰ ਰਿਹਾ। ਤੁਹਾਨੂੰ ਕਿਹਨੇ ਕਿਹਾ? ਕਹਿਣ ਲੱਗਾ ਮੇਰੇ ਗੁਰੂ ਦਾ ਇਹ ਹੁਕਮ ਹੈ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਏ। ਮੇਰੇ ਗੁਰੂ ਦਾ ਇਹ ਹੁਕਮ ਹੈ ਸੇਵਾ ਕਰਨੀ। ਸੇਵਾ ਦਾ ਮਤਲਬ ਉਹ ਚੀਜ਼ ਜਿਹੜੀ ਦੂਜਿਆਂ ਨੂੰ ਸੁੱਖ ਪਹੁੰਚਾਏ, ਜਿਹੜੀ ਦੂਜਿਆਂ ਦਾ ਭਲਾ ਕਰੇ। ਤੋ ਇਹ ਤਾਂ ਬੜਾ ਮੇਰੇ ਲਈ ਥੋੜ੍ਹਾ ਜਿਹਾ ਕੰਮ ਸੀ। ਰਸਤਾ ਖਰਾਬ ਸੀ, ਲੋਕ ਤੰਗ ਹੁੰਦੇ ਸਨ, ਮੈਂ ਸੋਚਿਆ ਇਹਨੂੰ ਬਣਾਉਂਦੇ ਆ। ਸਮਾਂ ਹੈ ਮੇਰੇ ਕੋਲ, ਮੈਂ ਕਰ ਸਕਦਾ ਸਾਂ ਤੇ ਮੈਂ ਕਰਨ ਲੱਗ ਗਿਆ। ਹੁਣ ਤੁਸੀਂ ਵੇਖੋ, ਜਿਹੜੀ ਪ੍ਰੇਰਨਾ ਹੈ ਉਹਨੂੰ, ਜਿਹੜੀ ਉਹਨੂੰ ਪ੍ਰੇਰਨਾ ਮਿਲ ਰਹੀ ਹੈ, ਉਹ ਕਿਸੇ ਦੁਨੀਆ ਦੇ ਮੂੰਹ ਲਿਹਾਜ਼ ਵਿੱਚੋਂ ਨਹੀਂ ਮਿਲ ਰਹੀ ਵੀ ਲੋਕ ਮੈਨੂੰ ਵੇਖਣ ਤੇ ਕਰਨ, ਲੋਕ ਮੈਨੂੰ ਫਿਰ ਕਹਿਣਗੇ ਵੀ ਚੰਗਾ ਬੰਦਾ ਹੈ, ਵਧੀਆ ਬੰਦਾ ਹੈ। ਉਹਨੇ ਲੋਕਾਂ ਵੱਲ ਨਹੀਂ ਵੇਖਿਆ, ਕਿਸੇ ਨੇ ਉਹਨੂੰ ਕਿਹਾ ਨਹੀਂ, ਕੋਈ ਉਹਦਾ ਸਵਾਰਥ ਨਹੀਂ, ਕੰਮ ਸੀ ਕਰਨ ਵਾਲਾ ਭਲੇ ਦਾ, ਤੇ ਉਹਦੇ ਕੋਲ ਸਮਾਂ ਹੈ ਤੇ ਉਹ ਕਰ ਸਕਦਾ ਸੀ। ਤਿੰਨੇ ਚੀਜ਼ਾਂ ਰਲ ਗਈਆਂ ਤੇ ਉਹ ਸੇਵਾ ਵਿੱਚ ਜੁਟ ਗਈ। ਹੁਣ ਸੁੱਚੇ ਮਨ, ਸੁੱਚੀ ਭਾਵਨਾ ਚੋਂ ਨਿਕਲੀ ਹੋਈ ਚੀਜ਼ ਹੈ ਨਾ, ਉਹ ਅੰਤਰ-ਆਤਮੇ ਦੀ ਆਵਾਜ਼ ਵਿੱਚੋਂ ਆਈ ਹੋਈ ਗੱਲ ਹੈ ਕਿ ਗੁਰੂ ਦਾ ਹੁਕਮ ਹੈ ਸੇਵਾ ਕਰਨੀ। ਹੁਣ ਉਹ ਬੰਦਾ ਕਿਹਨੂੰ ਜਵਾਬ ਦੇ? ਗੁਰੂ ਨੂੰ। ਉਹਦਾ ਰਿਲੇਸ਼ਨ ਗੁਰੂ ਨਾਲ ਹੈ ਤੇ ਉਹ ਗੁਰੂ ਨੂੰ ਐਵੇਂ ਇੰਜੋਏ ਕਰਦਾ ਹੈ, ਗੁਰੂ ਦੇ ਹੁਕਮ ਨੂੰ ਐਵੇਂ ਮਾਣਦਾ ਹੈ ਤੇ ਗੁਰੂ ਦੇ ਹੁਕਮ ਨੂੰ ਐਵੇਂ ਜੀਂਦਾ ਹੈ। ਉਹ ਕਿਸੇ ਨੂੰ ਜਵਾਬ ਦੇ ਨਹੀਂ, ਉਹਨੇ ਕਿਸੇ ਨੂੰ ਨਹੀਂ ਦੱਸਣਾ, ਨਾ ਉਹਨੂੰ ਕਿਸੇ ਕਿਹਾ ਹੈ। ਇਹਨੂੰ ਅਸੀਂ ਕਹਿੰਦੇ ਹਾਂ ਸਮਰਪਣ ਹੋ ਜਾਣਾ, ਆਪਣਾ ਆਪ ਸਮਰਪਣ ਕਰ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਐ। ਐਸੇ ਕਰਮ ਰੂਪੀ ਦੁੱਧ ਦੀ ਭੇਟਾ ਜਿਹੜੀ ਹੈ ਨਾ, ਜਿਹੜੀ ਭੇਟਾ ਗੁਰੂ ਨੂੰ ਜਾਂ ਪਰਮੇਸ਼ਰ ਨੂੰ ਹੋਣੀ, ਉਹ ਤੁਹਾਡਾ ਕਰਮ ਹੈ। ਉਹ ਕਰਮ ਜੋ ਤੁਸੀਂ ਕਮਾਉਂਦੇ ਹੋ, ਉਹ ਕਰਮ ਦੀ ਭੇਟਾ ਹੀ ਉਹ ਪ੍ਰਵਾਨ ਕਰਦਾ ਹੈ। ਜੇ ਮੇਰਾ ਕਰਮ ਤੇ ਵਿਹਾਰ ਮਾੜਾ ਹੈ, ਮੈਂ ਹੀਰੇ ਜਵਾਹਰਾਤ ਲੈ ਕੇ ਵੀ ਗੁਰੂ ਦੇ ਅੱਗੇ ਪਿੱਛੇ ਤੁਰਿਆ ਕਿ ਗੁਰੂ ਕਹੇਗਾ ਕੋਲੇ ਨੇ ਮੇਰੇ ਲਈ ਕੋਈ ਇਹਨਾਂ ਦੀ। ਅਸੀਂ ਪੜ੍ਹਦੇ ਨਹੀਂ ਉਹ ਸਾਖੀ, ਬਹਾਦਰ ਸ਼ਾਹ ਨੇ ਨਗੀਨਾ ਭੇਟ ਕੀਤਾ ਗੋਦਾਵਰੀ ਦੇ ਕੰਢੇ ਤੇ ਕਲਗੀਧਰ ਮਹਾਰਾਜ ਨੂੰ, ਸਤਿਗੁਰਾਂ ਨੇ ਹੱਥ ਵਿੱਚ ਫੜਿਆ, ਬਿਨਾਂ ਉਹਦੀ ਪਰਖ ਕੀਤਿਆਂ ਗੋਦਾਵਰੀ ਸੁੱਟ ਦਿੱਤਾ। ਉਹਨੂੰ ਬੜੀ ਤਕਲੀਫ ਹੋਈ, ਉਹ ਚੀਕ ਹੀ ਨਹੀਂ ਸੀ ਸਕਦਾ ਕਿਉਂਕਿ ਅਮੀਰ ਆਦਮੀ ਸੀ ਨਾ। ਫਿਰ ਵੀ ਉਹਦੇ ਚਿਹਰੇ ਦੇ ਇੰਪ੍ਰੈਸ਼ਨ, ਚਿਹਰੇ ਦਾ ਪ੍ਰਭਾਵ ਇਹ ਦੱਸਦਾ ਸੀ ਵੀ ਇਹ ਦੁਖੀ ਹੋ ਗਿਆ। ਉਹਨੇ ਕਿਹਾ ਮਹਾਰਾਜ ਇਹ ਤੁਸੀਂ ਕੀ ਕੀਤਾ? ਨਹੀਂ ਸੀ ਚਾਹੀਦਾ ਤੇ ਵਾਪਸ ਕਰ ਦਿੰਦੇ। ਮਹਾਰਾਜ ਨੇ ਆਖਿਆ ਤੁਸੀਂ ਤਾਂ ਸਾਨੂੰ ਭੇਟ ਕੀਤਾ, ਅਸੀਂ ਉਹਨੂੰ ਰੱਖੀਏ, ਅਸੀਂ ਉਹਨੂੰ ਸੁੱਟੀਏ, ਜਦੋਂ ਤੁਹਾਡਾ ਹੱਕ ਹੀ ਨਹੀਂ। ਭੇਟਾ ਦਾ ਮਤਲਬ ਤੁਸੀਂ ਦੇ ਦਿੱਤੀ ਹੈ ਚੀਜ਼, ਤੁਹਾਡਾ ਹੁਣ ਉਹਦੇ ਤੇ ਅਧਿਕਾਰ ਕੋਈ ਨਹੀਂ, ਫਿਰ ਤੁਹਾਨੂੰ ਦੁੱਖ ਕਿਉਂ ਹੋਇਆ? ਇਹਦਾ ਮਹਾਰਾਜ ਉਹ ਬੜਾ ਕੀਮਤੀ ਸੀ। ਉਹਨੇ ਸੋਚਿਆ ਖੈਰ ਇਹਨਾਂ ਨੂੰ ਕੀ ਪਤਾ ਨਗੀਨੇ ਕੀ ਹੁੰਦੇ ਨੇ। ਸਤਿਗੁਰੂ ਨੇ ਆਖਿਆ ਜਿੰਨੇ ਪੱਥਰ ਨੇ ਨਾ ਸਾਡੇ ਲਈ, ਇਹ ਨਗੀਨੇ ਤੇ ਪੱਥਰ ਸਮਾਨ ਨੇ, ਝਾਤ ਮਾਰੇ ਨਗੀਨੇ ਹੀ ਨਗੀਨੇ ਨੇ। ਉਹਨਾਂ ਆਖਿਆ ਜੀ ਇਹ ਤਾਂ ਪੱਥਰ ਨੇ ਨਦੀ ਦੇ ਤੱਟ ਦੇ ਘਾਟ ਦੇ ਉੱਤੇ। ਸਤਿਗੁਰੂ ਆਖਿਆ ਸਭ ਨਗੀਨੇ ਹੀ ਨੇ ਸਾਡੇ ਵਾਸਤੇ। ਇਹਦਾ ਭਾਵ ਕੀ ਸੀ? ਕਿ ਅਸੀਂ ਦੁਨੀਆ ਦੀ ਸ਼ੌਹਰਤ, ਮਾਣ, ਮਰਿਆਦਾ, ਦੁੱਖ ਤੇ ਭੁੱਖ ਨੂੰ ਸਮਾਨ ਕਰਕੇ ਜਾਣਿਆ। ਅਸੀਂ ਦੋਵਾਂ ਨੂੰ ਇੰਜੋਏ ਕਰਦੇ ਹਾਂ। ਤੂੰ ਇਕੱਲਾ ਨਗੀਨੇ ਇੰਜੋਏ ਕਰਦਾ ਹੈ, ਜਦੋਂ ਨਹੀਂ ਹੋਣਗੇ ਤਕਲੀਫ 'ਚ ਹੋਵੇਂਗਾ, ਅਸੀਂ ਪੱਥਰਾਂ ਨੂੰ ਵੀ ਇੰਜੋਏ ਕਰ। ਸਾਡੇ ਵਾਸਤੇ ਕੁਦਰਤ ਦੀ ਇਹ ਵੀ ਨੇਮਤ ਹੈ, ਅਸੀਂ ਦੁੱਖ ਵਿੱਚ ਵੀ ਜੀਣਾ ਸਿੱਖ ਲੈਂਦੇ ਹਾਂ। ਤੂੰ ਨਹੀਂ ਜੀ ਸਕੇਂਗਾ ਕਿਉਂਕਿ ਤੂੰ ਇੱਕ ਖਾਸ ਪ੍ਰੋਪਰ ਚੀਜ਼ ਨਾਲ ਜੁੜਿਆ ਹੋਇਆ। ਤੇ ਦੂਜੀ ਗੱਲ ਇਹ ਕਿ ਤੇਰੀ ਭਾਵਨਾ ਵਿੱਚ ਕੀ ਹੈ? ਮੇਰਾ ਹੈ, ਜੋ ਮੈਂ ਦਿੱਤਾ ਹੈ ਮੇਰਾ ਹੈ। ਤਾਂ ਹੀ ਤਾਂ ਤੇਰੇ ਅੰਦਰੋਂ ਦੁੱਖ ਨਿਕਲਿਆ ਜਦੋਂ ਮੈਂ ਇਹਨੂੰ ਨਦੀ 'ਚ ਸੁੱਟ ਦਿੱਤਾ। ਤੂੰ ਜੋ ਵੀ ਹੱਥੋਂ ਦਿੰਦਾ ਹੈ, ਜੋ ਵੀ ਕਰਦਾ ਹੈ, ਉਹ ਸਭ ਵਿਖਾਵੇ ਲਈ ਕਰਦਾ। ਮੇਰੀ ਸ਼ੋਭਾ, ਮੇਰੀ ਵਡਿਆਈ, ਮੇਰੀ ਪ੍ਰਭਤਾ, ਮੇਰਾ ਮਾਣ, ਮੈਨੂੰ ਦੁਨੀਆ ਚੰਗਾ ਕਹੇ। ਧਰਮ ਕਿੱਥੇ ਹੈ? ਖੁਦਾ ਨੂੰ, ਅੱਲਾ ਨੂੰ ਤੂੰ ਸਮਰਪਿਤ ਕਿੱਥੇ ਹੈ? ਇਸ ਕਰਕੇ ਉਹ ਜਿਹੜਾ ਸਮਰਪਣ ਭਾਵ ਹੈ, ਗਰੀਬ ਨਵਾਜ਼ ਪਾਤਸ਼ਾਹ ਉਸ ਸਮਰਪਣ ਭਾਵ ਦੇ ਕਰਮ ਨੂੰ ਹੀ ਦੁੱਧ ਸਮਾਨ ਮਿੱਠਾ, ਦੁੱਧ ਸਮਾਨ ਪਵਿੱਤਰ ਤੇ ਚੰਗਾ ਆਖਦੇ ਨੇ। ਉਹਦੇ ਬਾਰੇ ਕਹਿੰਦੇ ਨੇ दूध पियो गोबिंदे राय, हे मेरे मालक मेरे कर्म रूपी दुध प्रवान करो। दूध पियो मेरो मन पति, मेरा मन पतीज जाए, मेरा मन पतीज जाए जे तुसी मेरी एक कर्म रूपी भेटा, कर्म रूपी दुध की भेटा ਨੂੰ ਤੁਸੀਂ ਪ੍ਰਵਾਨ ਕਰ ਲਓ, ਕਬੂਲ ਕਰ ਲਓ। ਨਾ ਹੀ ਤਾਂ ਘਰ ਕੋ ਬਾਪ ਰਿਸਾ ਹੈ। ਘਰ ਕੋ ਬਾਪ ਕੀ ਹੈ? ਨਾਤਰ ਖਰਾ ਰਿਸਾ ਹੈ ਰਾਏ। ਭਗਤ ਕਬੀਰ ਜੀ ਨੇ ਪੰਕਤੀ ਵਰਤੀ, ਉਹਦੇ 'ਚ ਉਹਨਾਂ ਨੇ ਆਤਮਾ ਨੂੰ ਘਰ ਦਾ ਬਾਪ ਕਿਹਾ। ਸਾਡੇ ਜੀਵਨ ਦਾ ਬਾਪ ਕੌਣ ਹੈ?
ਘਰ ਦਾ ਵੱਡਾ ਵਡੇਰਾ ਸਾਡਾ ਪਿਤਾ ਹੋਵੇ, ਸਾਡਾ ਬਾਪ, ਉਹ ਸਾਰਾ ਘਰ ਦਾ ਕੰਟਰੋਲ ਉਹਦਾ ਹੁਕਮ ਹੀ ਚੱਲਦਾ ਨਾ ਮੋਸਟਲੀ। ਹੋ ਸਕਦਾ ਕਈ ਥਾਈਂ ਨਹੀਂ ਵੀ ਚੱਲੇ, ਪਰ ਮੋਸਟਲੀ ਬਹੁਤੀ ਥਾਈਂ ਸਾਡੇ ਕਲਚਰ ਵਿੱਚ ਪਿਤਾ ਦੀ ਅਹਿਮੀਅਤ ਘਰ ਦੇ ਮੁਖੀ ਦੀ ਅਹਿਮੀਅਤ ਹੈ। ਇਸੇ ਲਈ ਰਵਾਇਤ ਰਹੀ ਵੀ ਜਦੋਂ ਕਿਸੇ ਦਾ ਪਿਤਾ ਚਲਾਣਾ ਕਰ ਜਾਂਦਾ, ਉਹਦੇ ਸਭ ਤੋਂ ਵੱਡੇ ਪੁੱਤਰ ਨੂੰ ਵੀ ਇਹ ਘਰ ਦਾ ਜ਼ਿੰਮੇਵਾਰ, ਘਰ ਦੀ ਤਰਫੋਂ ਆਪਣੇ ਖਾਨਦਾਨ, ਆਪਣੇ ਪਰਿਵਾਰ ਨੂੰ ਰਿਪਰੈਜ਼ੈਂਟ ਕਰੇਗਾ, ਬੰਦਿਆਂ 'ਚ ਬੈਠਣਾ ਹੈ, ਜੋ ਵੀ ਜ਼ਿੰਮੇਵਾਰੀਆਂ ਵੱਡੀਆਂ ਉਹ ਇਹ ਨਿਭਾਏਗਾ। ਤਾਂ ਬਾਪ ਕੌਣ ਹੈ? ਜਿਹਦਾ ਹੁਕਮ ਚੱਲਦਾ ਹੈ। ਸਰੀਰ ਤੇ ਹੁਕਮ ਕਿਹਦਾ ਹੈ? ਆਤਮਾ ਦਾ। ਨਹੀਂ ਤਾਂ ਮੇਰਾ ਆਤਮਾ ਦੁਖੀ ਹੋ ਜਾਏਗਾ, ਨਹੀਂ ਤਾਂ ਮੇਰੇ ਅੰਦਰ ਦੁੱਖ ਰਹਿਣਗੇ। ਜੇ ਮੈਂ ਤੁਹਾਡੀ ਦ੍ਰਿਸ਼ਟੀ ਵਿੱਚ ਪ੍ਰਵਾਨ ਨਾ ਹੋ ਸਕਿਆ ਤੇ ਤੁਹਾਡੇ ਨਜ਼ਰ ਵਿੱਚ ਪ੍ਰਵਾਨ ਹੋਣ ਦੀ ਜੁਗਤ ਇਹ ਹੈ, ਮੇਰਾ ਕਰਮ ਰੂਪੀ ਦੁੱਧ ਤੁਸੀਂ ਪ੍ਰਵਾਨ ਕਰੋ। ਸਤਿਗੁਰੂ ਮਿਹਰ ਕਰਨ। ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਪਾਤਸ਼ਾਹ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।